ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੱਲੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਲ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। बहुत बहुत धन्यवाद इंद्रप्रीत जी। ਜੀ। ਮਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ ਕਰ ਲੈਂਦੇ ਹਾਂ। ਉਹਨਾਂ ਵੱਲੋਂ ਕੈਨੇਡਾ ਦੇ ਝੰਡੇ ਦਾ ਫਲੈਗ ਦਾ ਜ਼ਿਕਰ ਕੀਤਾ ਗਿਆ। ਸੋ ਸਵਾਲ ਤੁਹਾਡੇ ਤੋਂ ਇਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਝੰਡੇ ਬਾਰੇ ਅੱਜ ਕੀ ਕਿਹਾ ਗਿਆ? जी बिल्कुल, क्योंकि इस वक्त जस्टिन टरूडो ਜਿਹੜੇ ਨੇ ਉਹ ਵਿਦੇਸ਼ੀ ਦੌਰੇ ਤੇ ਨੇ। ਅੱਜ ਕੱਲ ਉਹ ਸਕਾਟਲੈਂਡ ਦੇ ਵਿੱਚ, ਜਿੱਥੇ ਗਲਾਸਕੋ ਦੇ ਵਿੱਚ ਇੱਕ ਕਾਨਫਰੰਸ ਚੱਲ ਰਹੀ ਹੈ ਜਲਵਾਯੂ ਦੇ ਮੁੱਦੇ ਉੱਤੇ, ਕਲਾਈਮੇਟ ਚੇਂਜ ਦੇ ਉੱਤੇ। ਉੱਥੇ ਅੱਜ ਉਹਨਾਂ ਨੂੰ ਇਹ ਸਵਾਲ ਪੁੱਛੇਗਾ, ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਦੱਸ ਦਿੰਦੇ ਆ ਕਿ ਇਹ ਸਵਾਲ ਉੱਥੇ ਜਾ ਕੇ ਇਹਨਾਂ ਨੂੰ ਕਿਉਂ ਪੁੱਛੇਗਾ। ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਇਸ ਵਕਤ ਝੰਡੇ ਨੇ ਉਹ ਅੱਧ ਤੱਕ ਝੁਕਾਏ ਹੋਏ ਨੇ। ਜਿਹੜੇ ਝੰਡੇ ਸਰਕਾਰੀ ਬਿਲਡਿੰਗਾਂ ਉੱਤੇ ਜਾਂ ਕਿਤੇ ਵੀ ਜਿਹੜੇ ਝੰਡੇ ਲਹਿਰਾ ਰਹੇ ਨੇ ਉਹ ਅੱਧ ਤੱਕ ਝੁਕਾਏ ਗਏ ਨੇ। ਕਿਉਂਕਿ ਮਈ ਤੋਂ ਲਗਭਗ ਇਹ ਸਿਲਸਿਲਾ ਜਿਹੜਾ ਚੱਲਦਾ ਆ ਰਿਹਾ ਇਸੇ ਸਾਲ ਮਈ ਦੇ ਵਿੱਚ, ਕਿਉਂਕਿ ਰੈਸੀਡੈਂਟਲ ਸਕੂਲਾਂ ਦਾ ਮਾਮਲਾ ਸਾਹਮਣੇ ਆਇਆ ਸੀ। ਉੱਥੋਂ ਬੇਨਾਮ ਜਿਹੜੀਆਂ ਕਬਰਾਂ ਸੀ ਉਹ ਮਿਲਣੀਆਂ ਸ਼ੁਰੂ ਹੋਈਆਂ ਔਰ ਸੈਂਕੜੇ ਤੇ ਹਜ਼ਾਰ ਤੋਂ ਉੱਤੇ ਜਿਹੜੀਆਂ ਸੀ ਇਹ ਕਬਰਾਂ ਵੱਖ-ਵੱਖ ਥਾਵਾਂ ਤੋਂ ਮਿਲੀਆਂ ਸੀ। ਕੈਮਰੂਪਸ ਤੋਂ ਮਿਲੀਆਂ ਸੀਗੀਆਂ, ਸਸਕੁਐਚਨ ਦੇ ਵਿੱਚੋਂ ਮਿਲੀਆਂ ਸੀਗੀਆਂ, ਸੋ ਇੱਧਰ BC ਵਿੱਚ ਵੀ ਇੱਕ ਦੋ ਥਾਵਾਂ ਤੋਂ ਮਿਲੀਆਂ ਸੀਗੀਆਂ। ਉਸ ਤੋਂ ਬਾਅਦ ਜਿਹੜਾ ਸੀ ਰੋਸ ਵਜੋਂ ਜਿਹੜੇ ਇਹ ਕੈਨੇਡਾ ਦੇ ਝੰਡੇ ਜਿਹੜੇ ਆ ਉਹ ਝੁਕਾ ਦਿੱਤੇ ਗਏ ਸੀ ਔਰ ਜਿਹੜੇ ਬੱਚਿਆਂ ਦੀਆਂ ਬੇਨਾਮ ਕਬਰਾਂ ਮਿਲੀਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਰੋਸ ਵਜੋਂ ਜਿਹੜੇ ਸੀ ਇਹ ਝੰਡੇ ਝੁਕਾਏ ਗਏ ਸੀ। ਸੋ ਹੁਣ ਕੰਜ਼ਰਵੇਟਿਵ ਜਿਹੜੇ ਲੀਡਰ ਨੇ ਐਰਨ ਅਟੂਲ, ਕਿਉਂਕਿ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀਗਾ, ਉਦੋਂ ਵੀ ਕੰਜ਼ਰਵੇਟਿਵ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਜੇਕਰ ਉਹ ਇਲੈਕਸ਼ਨ ਜਿੱਤਦੇ ਨੇ ਤਾਂ ਉਹ ਜਿਹੜੇ ਆ ਕੈਨੇਡਾ ਦੇ ਝੰਡੇ ਜਿਹੜੇ ਉਹ ਦੁਬਾਰਾ ਚੜਾ ਦੇਣਗੇ। ਔਰ ਇਸ ਤੋਂ ਬਾਅਦ ਜਿਹੜਾ ਸੀ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਸੀ ਕਿ ਹੱਲੇ ਜਿਹੜੇ ਉਹ ਝੰਡੇ ਝੁਕਾਈ ਰੱਖਣਗੇ। ਖੈਰ ਇਲੈਕਸ਼ਨ ਤਾਂ ਹੋ ਗਈਆਂ, ਹੁਣ ਕੈਬਨਿਟ ਦਾ ਵਿਸਤਾਰ ਵੀ ਹੋ ਗਿਆ, ਸਹੁੰ ਵੀ ਚੁੱਕ ਲਈ, ਪਰ ਐਰਨ ਅਟੂਲ ਵੱਲੋਂ ਜਿਹੜਾ ਸੀ ਹੁਣ ਦੁਬਾਰਾ ਇਹ ਮੁੱਦੇ ਨੂੰ ਉਠਾਇਆ ਗਿਆ ਔਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਹੁਣ ਸਮਾਂ ਆ ਗਿਆ ਕਿ ਜਿਹੜੇ ਕੈਨੇਡਾ ਦੇ ਝੰਡੇ ਆ ਉਹ ਦੁਬਾਰਾ ਜਿਹੜਾ ਆ ਉਹ ਚੜਾਏ ਜਾ ਸਕਦੇ ਆ ਜਾਂ ਚੜਾਏ ਜਾਣੇ ਚਾਹੀਦੇ ਨੇ। ਜਿਸ ਤੋਂ ਬਾਅਦ ਚਰਚਾ ਜਿਹੜੀ ਸੀ ਉਹ ਚੱਲ ਪਈ। ਸੋ ਸਰਕਾਰ ਵੱਲੋਂ ਪ੍ਰਤੀਕਰਮ ਜਿਹੜਾ ਉਹ ਲੈਣ ਦੀ ਫਿਰ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਜਸਟਿਨ ਟਰੂਡੋ ਉਹਨਾਂ ਦੀ ਸਰਕਾਰ ਵੱਲੋਂ ਕਿਹਾ ਗਿਆ, ਸਰਕਾਰ ਦੇ ਨੁਮਾਇੰਦਿਆਂ ਵੱਲੋਂ, ਕਿ ਜਿਹੜਾ ਮੂਲ ਨਿਵਾਸੀ ਭਾਈਚਾਰਾ ਆ ਉਹਨਾਂ ਦੇ ਆਗੂਆਂ ਨਾਲ ਜਿਹੜੀ ਇਸ ਸੰਬੰਧੀ ਗੱਲਬਾਤ ਜਿਹੜੀ ਉਹ ਚੱਲ ਰਹੀ ਆ ਔਰ ਇਹ ਹੋ ਸਕਦਾ ਹੈ ਕਿ ਨਵੰਬਰ ਦੇ ਵਿੱਚ, ਕਿਉਂਕਿ ਰਿਮੈਂਬਰੈਂਸ ਡੇ ਹੁੰਦਾ ਆ, ਰਿਮੈਂਬਰੈਂਸ ਡੇ ਤੇ ਲੱਗਦਾ ਕਿ ਝੰਡੇ ਇਸੇ ਤਰੀਕੇ ਨਾਲ ਝੁਕੇ ਰਹਿਣਗੇ। ਪਰ ਉਸ ਤੋਂ ਬਾਅਦ ਕਹਿੰਦੇ ਝੰਡੇ ਚੜਾਉਣ ਦੀ ਜਿਹੜੀ ਆ ਉਹ ਰਜ਼ਾਮੰਦੀ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਇਸੇ ਤਰੀਕੇ ਨਾਲ, ਕਿਉਂਕਿ ਜਸਟਿਨ ਟਰੂਡੋ ਇਸ ਵਕਤ ਉਸ ਕਾਨਫਰੰਸ ਵਿੱਚ ਨੇ ਜੋ ਕਲਾਈਮੇਟ ਚੇਂਜ ਤੇ ਗਲਾਸਕੋ ਦੇ ਵਿੱਚ, ਸਕਾਟਲੈਂਡ ਦੇ ਵਿੱਚ ਚੱਲ ਰਹੀ ਆ ਔਰ ਉੱਥੇ ਫਿਰ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਜਿਹੜਾ ਇੰਡੀਜੀਅਸ ਭਾਈਚਾਰਾ ਆ ਉਹਨਾਂ ਦੇ ਲੀਡਰਸ ਨਾਲ ਜਿਹੜੀ ਆ ਗੱਲਬਾਤ ਚੱਲ ਰਹੀ ਆ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਆ ਕਿ ਉਹ ਪੂਰੀ ਰਜ਼ਾਮੰਦੀ ਦੇਣਗੇ ਅਤੇ ਰਿਮੈਂਬਰੈਂਸ ਡੇ ਤੋਂ ਬਾਅਦ ਜਿਹੜਾ ਵਾ ਇਹ ਝੰਡੇ ਚੜਾ ਦਿੱਤੇ ਜਾਣਗੇ ਜੇਕਰ ਉਹਨਾਂ ਨਾਲ ਰਜ਼ਾਮੰਦੀ ਹੁੰਦੀ ਹੈ। ਕਹਿੰਦੇ ਅਸੀਂ ਰਲ ਕੇ ਕੰਮ ਕਰ ਰਹੇ ਹਾਂ। ਸੋ ਇਸ ਵਿਸ਼ੇ ਨੂੰ ਲੈ ਕੇ ਜਿਹੜਾ ਜਸਟਿਨ ਟਰੂਡੋ ਵੱਲੋਂ ਅੱਜ ਜਿਹੜਾ ਅਹਿਮ ਬਿਆਨ ਹੈ ਉਹ ਦਿੱਤਾ ਗਿਆ। ਜੀ ਮਨਦੀਪ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਸਮਿਟ ਦੇ ਵਿੱਚ ਹਿੱਸਾ ਲੈਣ ਵਾਸਤੇ ਗਏ ਹੋਏ ਨੇ। ਉਹਨਾਂ ਵੱਲੋਂ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਅੱਜ ਵੀ ਉਹਨਾਂ ਵੱਲੋਂ ਕਈ ਦੇਸ਼ਾਂ ਨੂੰ ਨਸੀਹਤ ਦਿੱਤੀ ਗਈ ਹੈ ਜੋ ਕਿ ਕਾਰਬਨ ਟੈਕਸ ਦੇ ਨਾਲ ਜੁੜੀ ਹੋਈ ਹੈ। ਸੋ ਮਨਦੀਪ ਜੀ, ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਇਸ ਮੁੱਦੇ ਸੰਬੰਧੀ ਕਿਹੜੇ ਵਿਚਾਰ ਸਾਂਝੇ ਕੀਤੇ ਗਏ ਤੇ ਕਿਹੜੀ ਨਸੀਹਤ ਉਹਨਾਂ ਵੱਲੋਂ ਦਿੱਤੀ ਗਈ ਹੈ? ਬਿਲਕੁਲ ਜੀ, ਜਸਟਿਨ ਟਰੂਡੋ ਉਹਨਾਂ ਨੇ, ਜਿਵੇਂ ਆਪਾਂ ਬੀਤੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕੱਲ, ਕਿ ਉਹਨਾਂ ਨੇ ਉੱਥੇ ਵੱਡਾ ਐਲਾਨ ਕੀਤਾ ਆ ਔਰ ਉਹਨਾਂ ਨੇ ਕਿਹਾ ਕਿ ਆਇਲ ਤੇ ਜਿਹੜੀ ਗੈਸ ਇੰਡਸਟਰੀ ਆ ਉਹਦੇ ਉੱਤੇ ਉਹ ਕੈਪ ਲਾਉਣਗੇ। ਸੋ ਇਹ ਇੱਕ ਵੱਡਾ ਬਿਆਨ ਸੀਗਾ, ਜਿਸ ਤੋਂ ਬਾਅਦ ਥੋੜੀ ਹਲਚਲ ਵੀ ਹੋਈ ਕੈਨੇਡਾ ਦੇ ਵਿੱਚ। ਕੁਝ ਮਾਹਰਾਂ ਨੇ ਇਸ ਸੰਬੰਧੀ ਜਿਹੜੀ ਸੀ ਅਲਬਰਟਾ ਵਿੱਚ ਖਾਸ ਕਰਕੇ ਪ੍ਰਤੀਕਰਮ ਵੀ ਜਤਾਇਆ ਗਿਆ। ਖੈਰ ਉਹ ਜਦੋਂ ਵਾਪਸ ਆਉਣਗੇ ਲੱਗਦਾ ਕਿ ਉਦੋਂ ਇਹਦੇ ਤੇ ਵੱਡੇ ਪੱਧਰ ਤੇ ਚਰਚਾ ਜਿਹੜੀ ਹੋ ਸਕਦੀ ਆ। ਪਰ ਆਲਰੇਡੀ ਜਸਟਿਨ ਟਰੂਡੋ ਉਹਨਾਂ ਦੀ ਸਰਕਾਰ ਜਿਹੜਾ ਕਾਰਬਨ ਟੈਕਸ ਆ ਉਹ ਕੈਨੇਡਾ ਦੇ ਵਿੱਚ ਲਾਗੂ ਕੀਤਾ ਹੋਇਆ। ਸੋ ਜਸਟਿਨ ਟਰੂਡੋ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਹੁਣ ਪੂਰੇ ਦੁਨੀਆ ਦੇ ਮੁਲਕਾਂ ਨੂੰ ਕਿ ਜੇਕਰ ਉਹਨਾਂ ਨੇ ਜਿਹੜਾ ਪ੍ਰਦੂਸ਼ਣ ਆ ਉਹਨੂੰ ਘਟਾਉਣਾ ਆ, ਪੋਲਿਊਸ਼ਨ ਨੂੰ ਘਟਾਉਣਾ ਆ, ਤਾਂ ਉਹਨਾਂ ਨੂੰ ਵੀ ਇਸ ਤਰੀਕੇ ਦੇ ਕਦਮ ਚੁੱਕਣੇ ਪੈਣਗੇ। ਔਰ ਕਾਰਬਨ ਟੈਕਸ ਨੂੰ ਜਸਟਿਨ ਟਰੂਡੋ ਨੇ ਦੱਸਿਆ ਕਿ ਸਭ ਤੋਂ ਇਫੈਕਟਿਵ ਤਰੀਕਾ ਆ, ਕਿਉਂਕਿ ਉਹ ਅਜ਼ਮਾ ਚੁੱਕੇ ਨੇ। ਕੈਨੇਡਾ ਦੇ ਵਿੱਚ ਕਾਰਬਨ ਟੈਕਸ ਜਿਹੜਾ ਵਾ ਉਹ ਲੱਗਾ ਹੋਇਆ। ਔਰ ਇੱਕ ਹੋਰ ਵੀ ਗੱਲ ਆ ਕਿ ਅਲਬਰਟਾ ਨੇ ਇਸ ਸੰਬੰਧੀ ਇੱਕ ਕੇਸ ਵੀ ਜਿਹੜਾ ਅਦਾਲਤ ਦੇ ਵਿੱਚ ਕੈਨੇਡਾ ਸਰਕਾਰ ਦੇ ਖਿਲਾਫ ਲੜਿਆ ਸੀ, ਜਿਸ ਵਿੱਚ ਕੈਨੇਡਾ ਸਰਕਾਰ ਦੀ, ਫੈਡਰਲ ਸਰਕਾਰ ਦੀ ਉਹ ਜਿੱਤ ਹੋਈ ਸੀਗੀ। ਸੋ ਜਸਟਿਨ ਟਰੂਡੋ ਹੁਣ ਦੁਨੀਆ ਭਰ ਦੇ ਮੁਲਕਾਂ ਨੂੰ ਵੀ ਇਹ ਸੁਨੇਹਾ ਦੇ ਰਹੇ ਨੇ, ਸੱਦਾ ਦੇ ਰਹੇ ਨੇ
ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਾਰਬਨ ਟੈਕਸ ਜਿਹੜਾ ਉਹ ਲਗਾਇਆ ਹੋਇਆ ਕੈਨੇਡਾ ਦੇ ਵਿੱਚ, ਇਸੇ ਤਰੀਕੇ ਨਾਲ ਉਹ ਵੀ ਆਪਣੇ ਮੁਲਕਾਂ ਦੇ ਵਿੱਚ ਇਸੇ ਤਰੀਕੇ ਜਿਹੜੇ ਉਹ ਕਾਰਬਨ ਟੈਕਸ ਲਾਗੂ ਕਰਨ ਤੇ ਇਹਦੇ ਨਾਲ ਕਾਫੀ ਅਸਰ ਜਿਹੜਾ ਆ ਉਹ ਪੈ ਸਕਦਾ ਹੈ। ਜੀ ਮਨਦੀਪ ਜੀ, ਅਗਲੀ ਜਿਹੜੀ ਖਬਰ ਹੈ ਨਾ ਉਹ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਹੈ। ਸਤੰਬਰ ਮਹੀਨੇ ਦੇ ਬਾਰੇ IRCC ਵੱਲੋਂ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਕਿੰਨੇ ਇਮੀਗ੍ਰੈਂਟ ਕੈਨੇਡਾ ਦੇ ਵਿੱਚ ਲੈਂਡ ਹੋਏ ਨੇ। ਇਸ ਨੂੰ ਇਤਿਹਾਸਿਕ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਤੁਹਾਡੇ ਤੋਂ ਅਸੀਂ ਵਧੇਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਂ ਕਿ ਕਿੰਨੇ ਇਮੀਗ੍ਰੈਂਟਸ ਇਸ ਮਹੀਨੇ ਲੈਂਡ ਹੋਏ ਨੇ। ਬਿਲਕੁਲ ਜੀ, ਕਿਉਂਕਿ ਆਪਾਂ ਕੁਝ ਦਿਨ ਪਹਿਲਾਂ ਅਗਸਤ ਮਹੀਨੇ ਜਿਹੜੀ ਰਿਪੋਰਟ ਸੀ ਉਹ ਵੀ ਜਿਹੜੀ ਆ ਇਸੇ ਪ੍ਰੋਗਰਾਮ 'ਤੇ ਸਾਂਝੀ ਕੀਤੀ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ 37,000 ਦੇ ਕਰੀਬ ਜਿਹੜਾ ਵਾ 37-38,000 ਸ਼ਾਇਦ ਨੰਬਰ ਸੀਗਾ ਅਗਸਤ ਮਹੀਨੇ ਦਾ, ਜਿਹਦਾ ਉਹਨਾਂ ਨੂੰ ਜਿਹੜੀ ਇਮੀਗ੍ਰੇਸ਼ਨ ਆ ਲੋਕਾਂ ਨੂੰ ਦਿੱਤੀ ਗਈ ਸੀ, PR, ਚਾਹੇ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਕੈਨੇਡਾ ਤੋਂ ਬਾਹਰ ਨੇ। ਪਰ ਸਤੰਬਰ ਮਹੀਨੇ ਵਿੱਚ ਜਿਹੜੇ ਆ ਇਸ ਵਕਤ ਰਿਕਾਰਡ ਜਿਹੜੇ ਉਹ ਟੁੱਟ ਚੁੱਕੇ ਆ, ਔਰ ਕਹਿੰਦੇ ਵੀ ਹੁਣ ਤੱਕ ਕੈਨੇਡਾ ਦੇ ਵਿੱਚ ਇੱਕ ਮਹੀਨੇ ਵਿੱਚ ਇੰਨੀ ਵੱਡੀ ਪੱਧਰ ਤੇ ਜਿਹੜੇ PR ਆ ਜਾਂ ਇਮੀਗ੍ਰੇਸ਼ਨ ਆ ਉਹ ਲੋਕਾਂ ਨੂੰ ਨਹੀਂ ਦਿੱਤੀ ਗਈ। ਇਸ ਵਾਰ ਇਹ ਜਿਹੜਾ ਅੰਕ ਆਇਆ ਉਹ 45,000 ਜਿਹੜਾ ਉਹ ਟੱਚ ਕਰ ਗਿਆ। ਸੋ 45,000 ਲੋਕਾਂ ਨੂੰ ਸਿਰਫ ਤੇ ਸਿਰਫ ਸਤੰਬਰ ਮਹੀਨੇ ਵਿੱਚ ਜਿਹੜਾ ਵਾ ਉਹ ਇਮੀਗ੍ਰੇਸ਼ਨ ਦਿੱਤੀ ਗਈ ਆ। ਤੇ ਜਿਹੜਾ ਇਸ ਸਾਲ ਦਾ ਹੁਣ ਟਾਰਗੇਟ ਆ ਉਹਦੇ ਤੋਂ ਹੱਲੇ ਵੀ ਸਰਕਾਰ ਥੋੜਾ ਪਿੱਛੇ ਨਜ਼ਰ ਆ ਰਹੀ ਆ, ਪਰ ਜੇਕਰ ਇਸੇ ਤਰੀਕੇ ਨਾਲ ਇਸੇ ਗਤੀ ਨਾਲ ਚੱਲਦੀ ਆ ਜਿਹੜੀ ਗਤੀ ਸਤੰਬਰ 'ਚ ਦਿਖਾਈ ਆ, ਤਾਂ ਉਸ ਟਾਰਗੇਟ ਦੇ ਬਹੁਤ ਨੇੜੇ, ਬਹੁਤ ਕਲੋਜ਼ ਜਾਂ ਉਹਨੂੰ ਅਚੀਵ ਕਰਨ ਦੀ ਵੀ ਹੁਣ ਜਿਹੜੀ ਉਹ ਸੰਭਾਵਨਾ ਪੈਦਾ ਹੋ ਗਈ ਆ, ਕਿਉਂਕਿ 4,01,000 ਜਿਹੜਾ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਦੇਣ ਦਾ ਜਾਂ ਉਹਨਾਂ ਨੂੰ ਸੱਦਣ ਦਾ ਜਿਹੜਾ ਟੀਚਾ ਆ ਉਹ ਕੈਨੇਡਾ ਨੇ ਰੱਖਿਆ ਸੀ 2021 ਲਈ। ਔਰ ਜੇਕਰ ਅਸੀਂ ਸਤੰਬਰ ਮਹੀਨੇ ਦਾ ਜਿਹੜਾ ਅੰਕੜਾ ਜੋੜਦੇ ਹਾਂ ਤਾਂ ਹੁਣ ਸਤੰਬਰ ਤੱਕ 2,67,000 ਜਿਹੜੇ ਲੋਕ ਆ ਉਹਨਾਂ ਨੂੰ ਇਸ ਸਾਲ ਇਮੀਗ੍ਰੇਸ਼ਨ ਜਿਹੜੀ ਆ ਜਾਂ PR ਆ ਉਹ ਦਿੱਤੀ ਜਾ ਚੁੱਕੀ ਆ। ਔਰ ਇਹਦੇ ਨਾਲ ਹੀ ਜੇਕਰ ਅਸੀਂ ਹੁਣ ਗੱਲ ਕਰੀਏ ਤਾਂ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਜਿਹੜਾ ਵਾ ਹੁਣ 1,34,000 ਹੋਰ ਲੋਕ ਜਿਹੜੇ ਆ ਉਹਨਾਂ ਨੂੰ ਪੱਕਿਆ ਕਰਨਾ ਪਵੇਗਾ ਜੇਕਰ ਆਪਣਾ ਟਾਰਗੇਟ ਪੂਰਾ ਕਰਦੇ ਆ। ਔਰ ਜੇਕਰ ਇਸੇ ਤਰੀਕੇ ਨਾਲ ਚੱਲਦੇ ਗਏ ਤਾਂ ਹੋਰ ਜਿਹੜੇ 3 ਮਹੀਨੇ ਆ 45,000 ਦੀ ਐਵਰੇਜ ਰਹਿੰਦੀ ਆ, ਤਾਂ ਇਸ ਟਾਰਗੇਟ ਤੋਂ ਵੱਧ ਵੀ ਨਿਕਲ ਸਕਦੇ ਆ ਔਰ ਬਹੁਤ ਨੇੜੇ ਪਹੁੰਚ ਸਕਦੇ ਆ। ਸੋ ਦੇਖਦੇ ਆ, ਹਾਲਾਂਕਿ ਇੱਥੇ ਸੰਭਾਵਨਾ ਇਹ ਵੀ ਬਣੀ ਹੋਈ ਆ ਕਿ 12 ਨਵੰਬਰ ਨੂੰ ਕੋਈ ਵੱਡਾ ਐਲਾਨ ਹੋ ਸਕਦਾ ਹੈ, ਕਿਉਂਕਿ ਇੱਕ ਟਵੀਟ ਜਿਹੜਾ ਉਹ ਕੀਤਾ ਗਿਆ ਸੀ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਕਿਲਡ ਵਾਲੇ ਆ ਉਹਨਾਂ ਲਈ, ਕਿ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਲਾਉਣੀਆਂ ਉਹ ਲਾ ਸਕਦੇ ਆ। ਔਰ ਇਸ ਸਾਲ ਦਾ ਅਖੀਰਲਾ ਡਰਾ ਆ ਉਹ ਸ਼ਾਇਦ 12 ਨਵੰਬਰ ਨੂੰ ਨਿਕਲੇਗਾ। ਸੋ ਦੇਖਦੇ ਹਾਂ ਕਿ ਉਸ ਦਿਨ ਕੀ ਵੱਡਾ ਹੁੰਦਾ ਆ, ਕਿਸ ਤਰੀਕੇ ਦਾ ਡਰਾਅ ਕੱਢਿਆ ਜਾਂਦਾ ਵਾ, ਕਿਉਂਕਿ ਬਹੁਤ ਸਮਾਂ ਹੋ ਗਿਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਜਿਹੜਾ ਡਰਾਅ ਆ ਉਹ ਵੀ ਨਹੀਂ ਨਿਕਲ ਰਿਹਾ, ਔਰ ਫੈਡਰਲ ਸਕਿਲਡ ਵਰਕਰ ਦਾ ਜਿਹੜਾ ਡਰਾਅ ਆ ਉਹਨੂੰ ਤਾਂ ਸਾਲ ਤੋਂ ਵੀ ਉੱਪਰ ਹੋ ਗਿਆ, ਪਿਛਲੇ ਸਾਲ ਦਾ ਨਿਕਲਿਆ ਹੋਇਆ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਨਵੰਬਰ 12 ਨੂੰ ਉਹ ਵੀ ਕੱਢਿਆ ਜਾ ਸਕਦਾ ਆ। ਔਰ ਇਹਦੇ ਨਾਲ ਜਿਹੜਾ ਵਾ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਵੀ ਜਿਹੜਾ ਡਰਾਅ ਨਿਕਲ ਸਕਦਾ ਆ, ਸਾਰਿਆਂ ਨੂੰ ਸਾਂਝੇ ਸੱਦੇ ਆ ਸਕਦੇ ਆ। ਔਰ ਉਹਦਾ ਸਕੋਰ ਕੀ ਰਹੇਗਾ ਇਹ ਵੀ ਇੱਕ ਵੱਡਾ ਸਵਾਲ ਆ, ਔਰ ਉਹਦੇ ਵਿੱਚ ਇਹ ਟਾਰਗੇਟ ਪੂਰਾ ਕੀਤਾ ਜਾਵੇਗਾ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਜੀ ਮਨਦੀਪ ਜੀ, UBC ਵੱਲੋਂ ਸਰੀ ਵਾਸਤੇ ਇੱਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਾਫੀ ਜਾਣਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਸੋ ਕਿਹੜਾ ਪਲਾਨ ਜਿਹੜਾ ਹੈ ਇਸ UBC ਵੱਲੋਂ ਸਰੀ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ ਜਾਂ ਕੀ ਕੁਝ ਹੋ ਸਕਦਾ ਹੈ ਇਸ ਦੇ ਨਾਲ ਸੰਬੰਧਿਤ, ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ। ਬਿਲਕੁਲ ਜੀ, ਕਿਉਂਕਿ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਇੱਕ ਬਹੁਤ ਵੱਡੀ ਤੇ ਮਿਆਰੀ ਜਿਹੜੀ ਉਹ ਯੂਨੀਵਰਸਿਟੀ ਆ, ਔਰ ਨੌਜਵਾਨ ਜਿਹੜੇ ਆ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਕਿ ਕਿਸੇ ਮਿਆਰੀ ਯੂਨੀਵਰਸਿਟੀ ਤੋਂ ਜਿਹੜੀ ਆ ਉਹ ਵਿੱਦਿਆ ਹਾਸਲ ਕੀਤੀ ਜਾਵੇ, ਉੱਥੋਂ ਪੜ੍ਹਿਆ ਜਾਵੇ। ਸੋ ਵੈਨਕੂਵਰ ਦੇ ਵਿੱਚ ਇੱਕ ਵੱਡਾ ਕੈਂਪਸ ਆ, ਪਰ ਸਰੀ ਵਿੱਚ ਕੋਈ ਕੈਂਪਸ ਜਿਹੜਾ ਸੀ ਉਹ UBC ਦਾ ਨਹੀਂ ਸੀਗਾ। ਸੋ ਬਹੁਤ ਲੰਬੇ ਸਮੇਂ ਤੋਂ ਸਰੀ ਵਾਸਤੇ ਜਿਹੜੀ ਉਹ ਮੰਗ ਸੀ, ਕਿਉਂਕਿ ਜਦੋਂ ਇੱਥੋਂ ਸਰੀ ਤੋਂ ਪੜ੍ਹਨ ਜਾਂਦੇ ਸੀ ਤਾਂ ਜਿਹੜੇ ਨੌਜਵਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ, ਕਾਫੀ ਦੂਰ ਪੈਂਦਾ ਸੀਗਾ, ਸਿੱਧੀ ਕੋਈ ਬੱਸ ਸੇਵਾ ਵੀ ਹੈ ਨਹੀਂ ਸੀਗੀ, ਸੋ ਘੁੰਮ ਘੁਮਾ ਕੇ ਜਾਣਾ ਪੈਂਦਾ ਸੀ, ਕਾਫੀ ਕਿਰਾਇਆ ਖਰਚਣਾ ਪੈਂਦਾ ਸੀ। ਸੋ ਮੰਗ ਇਹ ਸੀ ਕਿ UBC ਵਰਗੀ ਯੂਨੀਵਰਸਿਟੀ ਦਾ ਕੈਂਪਸ ਜਿਹੜਾ ਵਾ, ਕਿਉਂਕਿ ਸਰੀ ਖੇਤਰਫਲ ਵਜੋਂ ਦੇਖੀਏ ਤਾਂ ਵੈਨਕੂਵਰ ਤੋਂ ਵੀ ਵੱਡਾ ਸ਼ਹਿਰ ਆ, ਔਰ ਆਬਾਦੀ ਵੀ ਲਗਾਤਾਰ ਵੱਧ ਰਹੀ ਆ, ਔਰ ਬਹੁਤ ਵੱਡੀ ਗਿਣਤੀ 'ਚ ਇੱਥੋਂ ਜਿਹੜੇ ਨੌਜਵਾਨ ਆ ਉਹ ਪੜ੍ਹਨ ਉੱਥੇ ਜਾਂਦੇ ਸੀਗੇ। ਸੋ ਹੁਣ ਉਹਨਾਂ ਲਈ UBC ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਆ। ਸਰੀ ਦੇ ਵਿੱਚ $70 ਮਿਲੀਅਨ ਦੀ ਜਿਹੜੀ ਜ਼ਮੀਨ ਹੈ ਉਹ UBC ਨੇ ਕੈਂਪਸ ਲਈ ਖਰੀਦ ਲਈ ਆ, ਤੇ ਬਹੁਤ ਜਲਦੀ ਇਹਦੇ ਤੇ ਉਸਾਰੀ ਦਾ ਕੰਮ ਜਿਹੜਾ ਉਹ ਵੀ ਸ਼ੁਰੂ ਹੋਣ ਜਾ ਰਿਹਾ। ਸੋ ਕਿੰਗ ਜਾਰਜ ਅਤੇ ਫਰੇਜ਼ਰ ਦੇ ਉੱਤੇ ਜਿਹੜਾ ਜੇਕਰ ਅਸੀਂ ਮੋਟਾ ਦੱਸੀਏ ਤਾਂ ਜਿੱਥੇ ਸਰੀ ਮੈਮੋਰੀਅਲ ਹਸਪੀਟਲ ਆ ਉਹਦੇ ਨੇੜੇ ਹੀ ਕਿਤੇ ਜਿਹੜਾ ਵਾ ਇਹ ਜ਼ਮੀਨ ਖਰੀਦੀ ਗਈ ਆ, ਤੇ ਉੱਥੇ $70 ਮਿਲੀਅਨ ਜਿਹੜਾ ਆ ਹੁਣ ਤੱਕ ਖਰਚਿਆ ਗਿਆ ਇਸ ਜ਼ਮੀਨ ਨੂੰ ਲੈਣ ਲਈ। ਤੇ ਉਸ ਤੋਂ ਹੁਣ ਤੁਰੰਤ ਬਾਅਦ ਜਿਹੜਾ ਵਾ
ਜੋ ਖਬਰਾਂ ਆ ਰਹੀਆਂ ਨੇ ਕਿ ਉਸਾਰੀ ਦਾ ਕੰਮ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ। ਸੋ ਬਹੁਤ ਉਤਸ਼ਾਹ ਆ ਲੋਕਾਂ ਦੇ ਵਿੱਚ ਵੀ ਇਸ ਖਬਰ ਤੋਂ ਬਾਅਦ ਜਿਹੜਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਹੁਣ ਬੱਚੇ ਜਿਹੜੇ ਉਹ ਸਰੀ ਦੇ ਵਿੱਚ ਹੀ UBC ਜਿਹੜਾ ਉਹ ਪੜ੍ਹ ਸਕਣਗੇ। ਇਹਦੇ ਨਾਲ ਹੀ ਜਿਹੜੇ ਰਣਦੀਪ ਸਰਾਏ ਨੇ ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਹਲਕੇ ਵਿੱਚ ਹੀ ਇਹ ਬਣਨ ਜਾ ਰਿਹਾ, ਉਹਨਾਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਔਰ ਖਾਸ ਕਰਕੇ ਜਿਹੜੀ ਸਰੀ ਦੇ ਮੇਅਰ ਨੇ ਡਗ ਮੁਕੱਲਮ ਅਤੇ ਜਿਹੜੀ ਉਹਨਾਂ ਦੀ ਪੂਰੀ ਸਲੇਟ ਆ, ਉਹਨਾਂ ਵੱਲੋਂ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿ UBC ਨੇ ਉਹਨਾਂ ਦੀ ਮੰਗ ਜਿਹੜੀ ਆ ਪ੍ਰਵਾਨ ਕੀਤੀ ਆ। ਇਸ ਤੋਂ ਇਲਾਵਾ ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਵੀ ਜਿਹੜਾ ਇੱਥੇ ਕੈਂਪਸ ਆਲਰੇਡੀ ਸਰੀ ਸੈਂਟਰ ਦੇ ਵਿੱਚ ਚੱਲ ਰਿਹਾ। ਸੋ ਹੁਣ ਜਦੋਂ UBC ਆ ਰਹੀ ਆ ਔਰ ਉਸ ਤੋਂ ਬਾਅਦ ਇੱਕ ਕਾਫੀ ਵੱਡੀ ਖਬਰ ਅਸੀਂ ਇਹਨੂੰ ਕਹਿ ਸਕਦੇ ਹਾਂ, ਖਾਸ ਕਰਕੇ ਸਰੀ ਵਾਸੀਆਂ ਲਈ। ਜੀ ਮਨਦੀਪ ਜੀ, ਪ੍ਰੀਮੀਅਰ ਜੌਨ ਹੌਰਗਨ ਵੱਲੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਦੇ ਉੱਪਰ ਵਧਾਈ ਦਿੱਤੀ ਗਈ ਹੈ। ਉਹਨਾਂ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ। ਸੋ ਉਹਨਾਂ ਦੀ ਸਿਹਤ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਹਾਸਿਲ ਕਰਾਂਗੇ, ਪਰ ਜੋ ਸੁਨੇਹਾ ਉਹਨਾਂ ਵੱਲੋਂ ਦਿੱਤਾ ਗਿਆ ਸਭ ਤੋਂ ਪਹਿਲਾਂ ਉਸ ਦਾ ਜ਼ਿਕਰ ਕਰ ਲੈਂਦੇ ਹਾਂ। ਬਿਲਕੁਲ ਜੀ, ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਜਿਹੜੀਆਂ ਉਹ ਸ਼ੁਭਕਾਮਨਾਵਾਂ BC ਵਾਸੀਆਂ ਨੂੰ ਦਿੱਤੀਆਂ ਨੇ, ਕਿਉਂਕਿ ਪਿਛਲੇ ਦਿਨੀ ਉਹਨਾਂ ਦਾ ਜਿਹੜਾ ਆਪਰੇਸ਼ਨ ਹੋਇਆ ਸੀ, ਸਰਜਰੀ ਹੋਈ ਸੀ, ਔਰ ਉਸ ਤੋਂ ਬਾਅਦ ਜਿਹੜਾ ਵਾ ਜੋ ਅੱਜ ਅਪਡੇਟ ਸਾਹਮਣੇ ਆਈ ਆ ਕਿ ਉਹ ਕਾਫੀ ਰਿਕਵਰ ਕਰ ਰਹੇ ਨੇ, ਉਹਨਾਂ ਦੀ ਸਿਹਤ ਹੁਣ ਪਹਿਲਾਂ ਨਾਲੋਂ ਕਾਫੀ ਠੀਕ ਆ ਔਰ ਇਸ ਹਫਤੇ ਉਹ ਆਪਣਾ ਕੰਮਕਾਰ ਸ਼ੁਰੂ ਕਰ ਸਕਦੇ ਨੇ। ਜਿਹੜੀਆਂ ਵਰਚੁਅਲ ਮੀਟਿੰਗਸ ਤੇ ਹਾਲਾਂਕਿ ਉਹ ਬਾਹਰ ਕਿਤੇ ਨਹੀਂ ਜਾਣਗੇ, ਪਰ ਵਰਚੁਅਲ ਮੀਟਿੰਗਸ ਜਿਹੜੀਆਂ ਵਾ ਉਹਨਾਂ ਦੇ ਵਿੱਚ ਉਹ ਹਿੱਸਾ ਲੈਣਾ ਜਿਹੜਾ ਵਾ ਸ਼ੁਰੂ ਕਰ ਸਕਦੇ ਨੇ। ਸੋ ਜੋ ਇੱਕ ਚੰਗੀ ਖਬਰ ਆ ਕਿ ਉਹਨਾਂ ਚੰਗੀ ਰਿਕਵਰੀ ਕਰ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਸੀ ਉਹਨਾਂ ਨੂੰ, ਵੱਡੇ ਵੱਡੇ ਲੀਡਰਾਂ ਨੇ ਦਿੱਤੀਆਂ ਸੀ, ਜਿਸ 'ਚ ਜਸਟਿਨ ਟਰੂਡੋ ਉਹਨਾਂ ਦਾ ਨਾਮ ਵੀ ਸ਼ਾਮਲ ਆ। ਸੋ ਚੰਗੀ ਖਬਰ ਇਹ ਆ ਕਿ ਉਹ ਰਿਕਵਰੀ ਕਰ ਰਹੇ ਨੇ ਤੇ ਇਸ ਹਫਤੇ ਤੋਂ ਵਰਚੁਅਲ ਜਿਹੜੀਆਂ ਮੀਟਿੰਗਸ ਨੇ ਆਨਲਾਈਨ, ਉਹਨਾਂ ਦੇ ਵਿੱਚ ਉਹ ਆਪਣੀ ਸ਼ਮੂਲੀਅਤ ਵੀ ਕਰਨੀ ਸ਼ੁਰੂ ਕਰ ਦੇਣਗੇ। ਜੀ ਮਨਦੀਪ ਜੀ, ਜਿਸ ਤਰ੍ਹਾਂ ਕੈਨੇਡਾ ਵੱਲੋਂ ਕਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਉਡਾਨਾਂ ਦੇ ਉੱਪਰ ਕਈ ਪਾਬੰਦੀਆਂ ਲਗਾਈਆਂ ਗਈਆਂ, ਇਹਨਾਂ ਦੇ ਵਿੱਚ ਰਾਹਤ ਦਿੱਤੀ ਜਾ ਰਹੀ ਹੈ, ਪਰ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ, ਕਿਹਾ ਜਾ ਰਿਹਾ ਹੈ ਕਿ ਕੁਝ 에ਅਰਪੋਰਟਸ ਦੇ ਉੱਪਰ ਮੁੜ ਤੋਂ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ। ਸੋ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਕਿੰਨੇ ਜਿਹੜੇ 에ਅਰਪੋਰਟਸ ਨੇ ਉਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਬਿਲਕੁਲ ਜੀ, ਕਿਉਂਕਿ ਮਾਰਚ 2020 ਨੂੰ ਜਦੋਂ ਲਾਕਡਾਊਨ ਲੱਗਾ ਸੀ ਤਾਂ ਉਸ ਵਕਤ 에ਅਰਪੋਰਟ ਇੱਕ ਹਿਸਾਬ ਨਾਲ ਪੂਰੇ ਤਰੀਕੇ ਨਾਲ ਜਿਹੜਾ ਬੰਦ ਹੋ ਗਿਆ ਸੀਗੇ ਔਰ ਥੋੜ੍ਹੀਆਂ ਬਹੁਤ ਡੋਮੈਸਟਿਕ ਫਲਾਈਟਾਂ ਚੱਲ ਰਹੀਆਂ ਸੀਗੀਆਂ ਔਰ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਪੂਰੇ ਤਰੀਕੇ ਨਾਲ ਬੰਦ ਕਰ ਦਿੱਤੀਆਂ ਗਈਆਂ ਸੀ। ਔਰ ਜਿਹੜਾ 에ਅਰਪੋਰਟ, ਵੱਡੇ ਵੱਡੇ 에ਅਰਪੋਰਟ, ਜੇਕਰ ਤੁਸੀਂ ਵੈਨਕੂਵਰ ਦੀ ਗੱਲ ਕਰਦੇ ਹੋ, ਉਹਦਾ ਤਾਂ 3 ਹਿੱਸੇ ਲਗਭਗ ਬੰਦ ਕਰ ਦਿੱਤੇ ਗਏ ਸੀ। ਇੱਕ ਹਿੱਸੇ ਵਿੱਚੋਂ ਸਾਰਾ ਕੰਮ ਚੱਲ ਰਿਹਾ ਸੀ ਕਿਉਂਕਿ ਬਹੁਤ ਘੱਟ ਲੋਕਲ ਫਲਾਈਟਾਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ, ਜਿਸ ਕਾਰਨ ਹਜ਼ਾਰਾਂ ਹੀ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਘਰੇ ਬਹਿਣਾ ਪੈ ਗਿਆ ਸੀਗਾ। ਖੈਰ ਹੌਲੀ ਹੌਲੀ ਹੁਣ ਜਦੋਂ ਦੁਬਾਰਾ ਫਲਾਈਟਾਂ ਸ਼ੁਰੂ ਹੋਈਆਂ, ਹੌਲੀ ਹੌਲੀ ਲੋਕ ਨੌਕਰੀ ਤੇ ਪਰਤਣਾ ਸ਼ੁਰੂ ਹੋ ਗਏ ਨੇ ਔਰ ਬਹੁਤ ਸਾਰੇ 에ਅਰਪੋਰਟਸ ਤੋਂ ਜਿਹੜਾ ਸੀ ਉਹ ਇੰਟਰਨੈਸ਼ਨਲ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਹੌਲੀ ਹੌਲੀ ਉਹ ਹੁਣ ਖੁੱਲ੍ਹ ਰਹੀਆਂ ਨੇ। ਹਾਲਾਂਕਿ ਕੈਨੇਡਾ ਦੇ 10 ਜਿਹੜੇ ਵੱਡੇ 에ਅਰਪੋਰਟ ਆ ਉਹਨਾਂ ਤੇ ਪਹਿਲਾਂ ਹੀ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਉੱਥੋਂ ਆ ਵੀ ਰਹੀਆਂ ਨੇ ਫਲਾਈਟਾਂ ਜਾ ਵੀ ਰਹੀਆਂ ਨੇ। ਪਰ ਹੁਣ ਅੱਜ ਟਰਾਂਸਪੋਰਟ ਮੰਤਰੀ ਜਿਹੜੇ ਨੇ ਉਹਨਾਂ ਨੇ ਇੱਕ ਖਬਰ ਸਾਂਝੀ ਕੀਤੀ ਆ, ਜਾਣਕਾਰੀ ਸਾਂਝੀ ਕੀਤੀ ਆ ਕਿ 8 ਹੋਰ ਜਿਹੜੇ 에ਅਰਪੋਰਟ ਆ ਉਹਨਾਂ ਦੇ ਉੱਤੇ ਜਿਹੜੀਆਂ ਹੁਣ ਇੰਟਰਨੈਸ਼ਨਲ ਫਲਾਈਟਸ ਆ ਉਹ ਆਉਣਗੀਆਂ ਵੀ ਅਤੇ ਜਾਣਗੀਆਂ ਵੀ। ਸੋ ਹੁਣ ਕੁੱਲ ਮਿਲਾ ਕੇ ਕੈਨੇਡਾ ਦੇ 18 에ਅਰਪੋਰਟ ਹੋ ਗਏ ਨੇ, ਜਿਹਦੇ ਵਿੱਚ 3 에ਅਰਪੋਰਟ ਤਾਂ ਅਸੀਂ BC ਦੇ ਕਹਿ ਸਕਦੇ ਹਾਂ, ਜਿੱਥੇ ਵਿਕਟੋਰੀਆ 에ਅਰਪੋਰਟ ਤੋਂ ਵੀ ਹੁਣ ਇੰਟਰਨੈਸ਼ਨਲ ਫਲਾਈਟਾਂ ਆਉਣ ਜਾਣਗੀਆਂ। ਐਪਸਫੋਰਡ 에ਅਰਪੋਰਟ ਤੇ ਵੀ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਹੁਣ ਉਹ ਚੱਲਣਗੀਆਂ ਅਤੇ ਇਹਦੇ ਨਾਲ ਨਾਲ ਜਿਹੜਾ ਕਲੋਨਾ 에ਅਰਪੋਰਟ ਆ ਉੱਥੇ ਵੀ ਹੁਣ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਵਾ ਇੱਥੋਂ ਅਮਰੀਕਾ ਜਾਂ ਹੋਰ ਜਿੱਥੋਂ ਮੁਲਕਾਂ ਨੂੰ ਜਾਂਦੀਆਂ ਨੇ ਉਹ ਹੁਣ ਉੱਥੋਂ ਚੱਲਣਗੀਆਂ। ਸੋ ਹੋਰ ਜਿਹੜੇ ਕੁਝ 에ਅਰਪੋਰਟ ਨੇ, ਕੁੱਲ ਮਿਲਾ ਕੇ 8 ਇਹ 에ਅਰਪੋਰਟ ਇਸ ਵਕਤ ਹੋਰ ਸ਼ਾਮਲ ਕੀਤੇ ਗਏ ਨੇ। ਸੋ ਕੁੱਲ ਮਿਲਾ ਕੇ ਹੁਣ 18 에ਅਰਪੋਰਟ ਹੋ ਗਏ ਨੇ ਕੈਨੇਡਾ ਦੇ ਵਿੱਚ ਜਿੱਥੋਂ ਫਲਾਈਟਾਂ ਜਿਹੜੀਆਂ ਵਾ ਉਹ ਚੱਲਣ ਜਾ ਰਹੀਆਂ ਨੇ। ਔਰ ਇਹਦੇ ਨਾਲ ਹੀ ਅਮਰੀਕਾ ਨੂੰ ਜਾਣ ਵਾਲਿਆਂ ਲਈ ਵੀ ਇਸ ਹਫਤੇ ਜਿਹੜਾ ਵਾ, ਖੈਰ ਇਸ ਹਫਤੇ ਤਾਂ ਮੈਨੂੰ ਲੱਗਦਾ ਕਿ ਇਸ ਹਫਤੇ ਦੇ ਅਖੀਰ ਤੱਕ ਜਿਹੜਾ ਵਾ ਉਹ 8 ਤਰੀਕ ਨੂੰ ਬਾਰਡਰ ਜਿਹੜੇ ਉਹ ਖੁੱਲਣ ਜਾ ਰਹੇ ਨੇ। ਸੋ ਹੌਲੀ ਹੌਲੀ ਅਸੀਂ ਕਹਿ ਸਕਦੇ ਹਾਂ ਕਿ ਵੈਕਸੀਨ ਤੋਂ ਬਾਅਦ ਜਿਹੜੇ ਹਾਲਾਤ ਕੁਝ ਜਿਹੜੇ ਆ ਉਹ ਆਮ ਵਰਗੇ ਹੋ ਰਹੇ ਨੇ। ਜੀ ਮਨਦੀਪ ਜੀ, ਜਿਸ ਤਰ੍ਹਾਂ ਤੁਸੀਂ ਅਮਰੀਕਾ ਦੇ ਬਾਰਡਰ ਦਾ ਜ਼ਿਕਰ ਕੀਤਾ, ਸੋ ਤੁਹਾਡੇ ਤੋਂ ਇਹ ਵੀ ਇੱਕ ਵਾਰ ਜਾਣਨਾ ਚਾਹਾਂਗੇ ਕਿ ਅਮਰੀਕਾ ਵੱਲੋਂ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ, ਕਿਸ ਤਰ੍ਹਾਂ ਕੈਨੇਡੀਅਨਸ ਜਿਹੜੇ ਨੇ 8 ਨਵੰਬਰ ਤੋਂ ਬਾਰਡਰ ਦੇ ਰਾਹੀਂ ਅਮਰੀਕਾ ਜਾ ਸਕਣਗੇ, ਕਿਉਂਕਿ ਕਾਫੀ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਬਿਲਕੁਲ ਜੀ, ਲਗਾਤਾਰ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿਉਂਕਿ ਬਹੁਤ ਸਮਾਂ ਹੋ ਗਿਆ, ਵੱਡੀ ਗਿਣਤੀ ਵਿੱਚ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਨੇ। ਕਈ ਲੋਕਾਂ ਦੇ ਰਿਸ਼ਤੇਦਾਰ ਨੇ, ਘਰ ਪਰਿਵਾਰ ਨੇ, ਕਈਆਂ ਦੇ ਕੰਮਕਾਰ ਨੇ
ਔਰ ਇਸ ਕਰਕੇ ਜਿਹੜਾ ਵਾ ਬਹੁਤ ਸਾਰੇ ਲੋਕ ਜਿਹੜੇ ਉਹ ਸ਼ਾਪਿੰਗ ਕਰਨ ਲਈ ਵੀ ਜਾਂਦੇ ਨੇ, ਜੋ ਨੇੜੇ ਨੇੜੇ ਬਾਰਡਰਾਂ ਤੇ ਸ਼ਹਿਰ ਵਸਦੇ ਨੇ। ਕੁਝ ਕੁ ਲੋਕ ਘੁੰਮਣ ਲਈ ਵੀ ਜਾਂਦੇ ਨੇ। ਖੈਰ ਹੁਣ ਗਰਮੀਆਂ ਤਾਂ ਲਗਭਗ ਨਿਕਲ ਚੁੱਕੀਆਂ ਨੇ, ਪਰ ਫਿਰ ਵੀ ਬਹੁਤ ਸਾਰੇ ਲੋਕ ਜਿਹੜੇ ਉਹ ਜਾਂਦੇ ਨੇ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ 8 ਨਵੰਬਰ ਨੂੰ ਜਿਹੜੇ ਬਾਰਡਰ ਖੁੱਲਣਗੇ ਤਾਂ ਲੰਬੀਆਂ ਕਤਾਰਾਂ ਉੱਥੇ ਜ਼ਰੂਰ ਜਿਹੜੀਆਂ ਉਹ ਲੱਗਣਗੀਆਂ। ਔਰ ਇਹਦੇ ਨਾਲ ਨਾਲ ਜਿਹੜਾ ਵਾ ਇਸੇ ਕਰਕੇ ਬਾਰ-ਬਾਰ ਵੱਖਰੇ ਵੱਖਰੇ ਅਦਾਰਿਆਂ ਵੱਲੋਂ ਇਹ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ ਉਹ ਕਿਸ ਤਰੀਕੇ ਨਾਲ ਜਿਹੜਾ ਜਾ ਸਕਦੇ ਨੇ ਤਾਂ ਕਿ ਉਹ ਖੱਜਲ ਖੁਆਰ ਨਾ ਹੋਣ। ਸਭ ਤੋਂ ਵੱਡੀ ਸ਼ਰਤ ਤਾਂ ਇਹੀ ਆ ਜੀ ਕਿ ਉਹਨਾਂ ਦੀ ਜਿਹੜੀ ਵੈਕਸੀਨ ਆ ਉਹ ਜਿਹੜੀ ਆ ਲੱਗੀ ਹੋਣੀ ਚਾਹੀਦੀ ਆ, ਜਿਹੜੀ ਘੱਟੋ ਘੱਟ WHO ਵੱਲੋਂ ਜਿਹੜੀ ਉਹ ਪ੍ਰਮਾਣਿਤ ਹੋਵੇ। ਚਾਹੇ ਉਹਦੇ ਵਿੱਚ, ਕਿਉਂਕਿ ਪਹਿਲਾਂ ਇਹ ਵੀ ਸ਼ੰਕਾ ਸੀ ਕਿ ਜਿਹੜੀ ਮਿਕਸ ਵੈਕਸੀਨ ਇੱਥੇ ਕੈਨੇਡਾ ਵਿੱਚ ਬਹੁਤ ਸਾਰੇ ਲੱਖਾਂ ਲੋਕਾਂ ਦੇ ਲੱਗੀ ਆ, ਉਹਨਾਂ ਨੂੰ ਅਪਰੂਵਲ ਮਿਲੇਗੀ ਜਾਂ ਨਹੀਂ ਮਿਲੇਗੀ। ਪਰ ਕਿਉਂਕਿ ਅਮਰੀਕਾ ਨੇ ਤਾਂ ਫਿਲਹਾਲ ਉਹਨੂੰ ਅਪਰੂਵਲ ਨਹੀਂ ਦਿੱਤੀ ਸੀ, ਪਰ ਅਮਰੀਕਾ ਨੇ ਰੂਲ ਇਹ ਰੱਖਿਆ ਕਿ ਜਿਨ੍ਹਾਂ ਨੂੰ WHO ਨੇ ਪ੍ਰਮਾਣਿਤਾ ਦਿੱਤੀ ਹੋਈ ਆ, ਮਾਨਤਾ ਦਿੱਤੀ ਹੋਈ ਆ, ਸੋ ਆ ਸਕਦੇ ਨੇ। ਸੋ ਇਸ ਕਰਕੇ ਉਹਨਾਂ ਲਈ ਵੀ ਹੁਣ ਕੋਈ ਬਹੁਤੀ ਸਮੱਸਿਆ ਨਹੀਂ ਗੀ। ਔਰ ਇੱਕ ਜਿਹੜਾ ਫਰਕ ਹੈ, ਕਿਉਂਕਿ ਕੈਨੇਡਾ ਨੇ ਸ਼ਰਤ ਇਹ ਰੱਖੀ ਆ ਕਿ ਜਿਨ੍ਹਾਂ ਦੇ ਵੈਕਸੀਨ ਲੱਗੀ ਵੀ ਹੋਈ ਆ ਉਹਨਾਂ ਨੂੰ ਉਧਰੋਂ ਟੈਸਟ ਕਰਾ ਕੇ ਫਿਰ ਉਹ ਕੈਨੇਡਾ 'ਚ ਦਾਖਲ ਹੋ ਸਕਦੇ ਨੇ, ਕੋਵਿਡ ਟੈਸਟ। ਪਰ ਅਮਰੀਕਾ ਵੱਲੋਂ ਜਿਹੜੀ ਇਹ ਸ਼ਰਤ ਨਹੀਂ ਰੱਖੀ ਗਈ ਆ। ਸੋ ਇਸ ਤਰੀਕੇ ਨਾਲ ਜਿਹੜਾ ਵਾ ਹੁਣ ਜਿਨ੍ਹਾਂ ਨੇ ਘੁੰਮਣ ਫਿਰਨ ਜਾਣਾ, ਨਾਨ ਐਸੈਂਸ਼ੀਅਲ ਵਰਕਰ ਵੀ ਜਿਹੜੇ ਹੈਗੇ ਆ ਜਾਂ ਜਿਹੜੇ ਵੀ ਲੋਕ ਹੈਗੇ ਆ, ਉਹ ਹੁਣ ਬਾਰਡਰ ਪਾਰ ਜਾ ਸਕਦੇ ਨੇ, ਪਰ 8 ਨਵੰਬਰ ਤੱਕ ਦਾ ਉਹਨਾਂ ਨੂੰ ਇੰਤਜ਼ਾਰ ਕਰਨਾ ਪਵੇਗਾ। ਜੀ ਮਨਦੀਪ ਜੀ, ਓਨਟਾਰੀਓ ਤੋਂ ਵੀ ਅੱਜ ਮਿਨੀਮਮ ਵੇਜ ਦੇ ਬਾਰੇ ਐਲਾਨ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਪ੍ਰੀਮੀਅਰ ਡਗ ਫੂਡ ਵੱਲੋਂ ਦਿੱਤੀ ਗਈ ਹੈ। ਸੋ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹੁੰਦੇ ਆ ਕਿ ਓਨਟਾਰੀਓ ਦੇ ਵਿੱਚ ਹੁਣ ਮਿਨੀਮਮ ਵੇਜ ਕਿੰਨੀ ਵਧਾਈ ਗਈ ਹੈ, ਇਸ ਬਾਰੇ ਕਿਹੜੀ ਜਾਣਕਾਰੀ ਸਾਹਮਣੇ ਆਈ ਹੈ? ਬਿਲਕੁਲ ਜੀ, ਮਿਨੀਮਮ ਵੇਜ ਜਿਹੜੀ ਆ ਉਹ ਵਧਣ ਜਾ ਰਹੀ ਆ। ਖਾਸ ਕਰਕੇ ਅੰਟਾਰੀਓ ਦੇ ਵਿੱਚ ਹੁਣ $15 ਪ੍ਰਤੀ ਘੰਟਾ ਜਿਹੜੀ ਘੱਟੋ ਘੱਟ ਤਨਖਾਹ ਹੈ ਉੱਥੇ ਵਰਕਰਾਂ ਨੂੰ ਜਿਹੜੀ ਆ ਦੇਣੀ ਪਵੇਗੀ। ਔਰ ਇਹਦਾ ਜਿਹੜੀ 1 ਜਨਵਰੀ ਤੋਂ ਇਹ ਲਾਗੂ ਹੋਣ ਜਾ ਰਹੀ ਹੈ, 1 ਜਨਵਰੀ 2022 ਤੋਂ। ਔਰ 65 ਪੈਸੇ ਦਾ ਇਹਦੇ ਵਿੱਚ ਵਾਧਾ ਕੀਤਾ ਗਿਆ। ਔਰ BC ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਇਹ ਵਾਧਾ ਕੀਤਾ ਗਿਆ ਸੀ। ਹਾਲਾਂਕਿ BC ਵਿੱਚ ਜੇਕਰ ਅਸੀਂ ਇਸ ਵਕਤ ਮਿਨੀਮਮ ਵੇਜ ਦੀ ਗੱਲ ਕਰੀਏ ਤਾਂ $15 ਅਤੇ 20 ਸੈਂਟ ਆ ਜਿਹੜੀ ਇਸ ਵਕਤ। ਸੋ ਸੂਬਿਆਂ ਦੇ ਹਿਸਾਬ ਨਾਲ ਅਸੀਂ ਦੇਖੀਏ ਤਾਂ ਸੂਬਿਆਂ ਦੇ ਵਿੱਚੋਂ ਜਿਹੜੀਆਂ ਪ੍ਰੋਵਿੰਸਸ ਨੇ, ਬ੍ਰਿਟਿਸ਼ ਕੋਲੰਬੀਆ ਇਸ ਮਾਮਲੇ 'ਚ ਨੰਬਰ 1 ਤੇ ਆ, ਤੇ ਹੁਣ ਉਹਦੇ ਨੇੜੇ ਜਿਹੜਾ ਵਾ ਹੁਣ ਅੰਟਾਰੀਓ ਵੀ ਪਹੁੰਚ ਗਿਆ। ਔਰ ਡਗ ਫੋਰਡ ਵੱਲੋਂ ਜਿਹੜੀ ਮਿਨੀਮਮ ਵੇਜ ਹੈ ਉੱਥੇ ਵਧਾਉਣ ਦਾ ਐਲਾਨ ਕੀਤਾ ਗਿਆ, ਜੋ ਕਿ $14.35 ਤੋਂ ਹੁਣ ਸਿੱਧੇ $15 ਤੇ ਪਹੁੰਚ ਚੁੱਕੀ ਆ। ਸੋ ਕਾਫੀ ਚੰਗੀ ਖਬਰ ਆ ਵਰਕਰਸ ਲਈ, ਜਿਨ੍ਹਾਂ ਲਈ ਇਹ ਤਨਖਾਹ ਵਧਾਈ ਗਈ ਹੈ। ਜੀ ਮਨਦੀਪ ਜੀ, ਪਰ ਇੱਕ ਹੋਰ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ। ਲਗਾਤਾਰ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਸਨ, ਚਾਹੇ ਪ੍ਰੋਵਿੰਸਸ ਦੇ ਵਿੱਚ ਅਸੀਂ ਹੈਲਥ ਕੇਅਰ ਵਰਕਰਸ ਦੀ ਗੱਲ ਕਰ ਲਈਏ, ਉਹਨਾਂ ਦੇ ਲਈ ਵੈਕਸੀਨੇਸ਼ਨ ਨੀਤੀ ਲਿਆਂਦੀ ਗਈ ਹੈ, ਤੇ ਬਾਅਦ ਦੇ ਵਿੱਚ ਹੁਣ ਇਹ ਵੀ ਡਰ ਸਤਾ ਰਿਹਾ ਹੈ ਕਿ ਜੇਕਰ ਵੱਡੀ ਗਿਣਤੀ ਦੇ ਵਿੱਚ ਵਰਕਰਸ ਕੱਢ ਦਿੱਤੇ ਗਏ ਤਾਂ ਫਿਰ ਸਟਾਫ ਦੀ ਸ਼ਾਰਟੇਜ ਆ ਸਕਦੀ ਹੈ। ਬਿਲਕੁਲ ਜੀ, BC ਵਿੱਚ ਵੀ ਅਸੀਂ ਇੱਥੇ ਸਿਹਤ ਮੰਤਰੀ ਦਾ ਜਿਹੜਾ ਬਿਆਨ ਉਹ ਸੁਣਿਆ ਸੀਗਾ। ਉਹ ਕਹਿੰਦੇ ਸੀ ਕਿ ਅਸੀਂ ਉਹਨਾਂ ਨੂੰ ਫਾਇਰ ਕਰਾਂਗੇ ਜਿਨ੍ਹਾਂ ਨੇ ਅਖੀਰ ਤੱਕ, ਡੈਡਲਾਈਨ ਤੱਕ ਜਿਹੜੀ ਆ ਉਹ ਨਾ ਮੰਨਿਆ, ਵੈਕਸੀਨ ਨਾ ਲਗਵਾਈ। ਸੋ ਬਹੁਤ ਸਾਰੇ ਖੇਤਰਾਂ 'ਚ ਇਸ ਤਰੀਕੇ ਨਾਲ ਹੋ ਰਿਹਾ। ਔਰ ਬਹੁਤ ਸਾਰੇ ਲੋਕ ਜਿਹੜੇ ਵੈਕਸੀਨ ਨੂੰ ਨਹੀਂ ਲਵਾਉਣਾ ਚਾਹੁੰਦੇ, ਨਾ ਨੌਕਰੀ ਛੱਡਣਾ ਚਾਹੁੰਦੇ ਆ। ਉਦੋਂ 2-4 ਖਬਰਾਂ ਇੱਦਾਂ ਦੀਆਂ ਵੀ ਆਈਆਂ ਸੀ ਕਿ ਉਹਨਾਂ ਨੇ ਨਕਲੀ ਵੈਕਸੀਨ ਪਾਸਪੋਰਟ ਜਿਹੜੇ ਆ ਉਹ ਦਿਖਾ ਕੇ, ਉਹ ਜਾਣਕਾਰੀ ਦੇ ਕੇ ਆਪਣੀ ਨੌਕਰੀ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਵੀ ਫੜੇ ਗਏ ਨੇ। ਕਿਊਬਕ ਦੇ ਵਿੱਚ ਵੀ ਇਸੇ ਤਰੀਕੇ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ। ਸੋ ਕਾਫੀ ਹਾਲਾਤ ਜਿਹੜੇ ਬਣੇ ਹੋਏ ਨੇ, ਪਰ ਸਰਕਾਰ ਵੱਲੋਂ ਕੋਸ਼ਿਸ਼ ਇਹ ਕੀਤੀ ਜਾ ਰਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾ ਲੋਕਾਂ ਦੇ ਵਿੱਚੋਂ ਇਹ ਵਹਿਮ ਭਰਮ ਕੱਢੇ ਜਾਣ ਕਿ ਵੈਕਸੀਨ ਜਿਹੜੀ ਆ ਉਹਨਾਂ ਲਈ ਖਤਰਨਾਕ ਆ। ਹਾਂ, ਉਹਨਾਂ ਨੂੰ ਵੈਕਸੀਨ ਤੋਂ ਜ਼ਰੂਰ ਰਾਹਤ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਕੋਈ ਮੈਡੀਕਲ ਕਾਰਨ ਨੇ, ਜਿਨ੍ਹਾਂ ਨੂੰ ਡਾਕਟਰਾਂ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਵੈਕਸੀਨ ਜਿਹੜੀ ਆ ਉਹ ਨਾ ਲਗਵਾਉਣ ਤਾਂ ਉਹਨਾਂ ਦਾ ਸਰ ਸਕਦਾ ਹੈ ਜਾਂ ਫਿਰ ਉਹਨਾਂ ਲਈ ਠੀਕ ਨਹੀਂ ਬੈਠੇਗੀ। ਪਰ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਲਗਾਤਾਰ ਵੈਕਸੀਨ ਲਗਵਾਉਣ ਲਈ ਕਨਵਿੰਸ ਕੀਤਾ ਜਾ ਰਿਹਾ, ਜਿਹਦੇ ਲਈ ਇਸ ਤਰੀਕੇ ਦੇ ਐਲਾਨ ਵੀ ਕੀਤੇ ਜਾ ਰਹੇ ਆ। ਪਹਿਲਾਂ ਤੁਹਾਨੂੰ ਯਾਦ ਹੋਣਾ, ਪਹਿਲਾਂ ਇਹ ਕਿਹਾ ਗਿਆ ਸੀ ਕਿ ਉਹਨਾਂ ਨੂੰ ਅਨਪੇਡ ਜਿਹੜੀ ਆ ਉਹ ਲੀਵ ਤੇ ਭੇਜਿਆ ਜਾਵੇਗਾ, ਔਰ ਉਸ ਤੋਂ ਬਾਅਦ ਫਿਰ ਇੱਥੋਂ ਤੱਕ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਨੌਕਰੀ ਤੋਂ ਜਿਹੜਾ ਉਹ ਕੱਢਿਆ ਜਾ ਸਕਦਾ ਆ। ਸੋ ਇਸ ਤਰੀਕੇ ਨਾਲ ਲਗਾਤਾਰ ਵੱਖੋ ਵੱਖਰੇ ਜਿਹੜੇ ਪਲਾਨ ਆ ਉਹਨਾਂ ਦੇ ਤਹਿਤ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਵੈਕਸੀਨ ਲਵਾਉਣ। ਪਰ ਵਾਕਈ ਜਿਸ ਤਰੀਕੇ ਨਾਲ ਵੱਡੀ ਗਿਣਤੀ ਵਿੱਚ ਕੁਝ ਹੈਲਥ ਵਰਕਰ ਹੈਗੇ ਨੇ, ਖਾਸ ਕਰਕੇ ਕਿਊਬਕ ਦੇ ਵਿੱਚ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ, ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਰਟੇਜ ਵੀ ਆ ਸਕਦੀ ਹੈ, ਕਿਉਂਕਿ ਪਹਿਲਾਂ ਹੀ ਕੈਨੇਡਾ ਕੋਲ ਹੈਲਥ ਵਰਕਰਸ ਦੀ ਕਮੀ ਆ। ਇਸ ਸਟਰੀਮ ਦੇ ਵਿੱਚ ਇਮੀਗ੍ਰੇਸ਼ਨ ਵੱਲੋਂ ਵੀ ਕੰਮ ਕੀਤਾ ਜਾ ਰਿਹਾ, ਪਰ ਕੈਨੇਡਾ ਦੇ ਕਾਨੂੰਨ ਕੁਝ ਇਸ ਤਰੀਕੇ ਦੇ ਨੇ ਕਿ ਇੱਥੇ ਜੇਕਰ ਕਿਤੇ ਹੋਰ, ਅਮਰੀਕਾ ਤੋਂ ਤਾਂ ਸ਼ਾਇਦ ਥੋੜੇ ਵੱਖਰੇ ਨੇ, ਪਰ ਹੋਰ ਮੁਲਕਾਂ ਤੋਂ ਜੇਕਰ ਕੋਈ ਹੈਲਥ ਵਰਕਰ ਆਉਂਦੇ ਵੀ ਨੇ ਤਾਂ ਪਹਿਲਾਂ ਉਹਨਾਂ ਨੂੰ ਕੈਨੇਡਾ 'ਚ ਆ ਕੇ ਬਹੁਤ ਸਾਰੇ
ਟੈਸਟ ਜਿਹੜੇ ਆ ਉਹ ਚੈਲੰਜ ਕਰਨੇ ਪੈਂਦੇ, ਇੱਥੇ ਦੀ ਪੜ੍ਹਾਈ ਕਰਨੀ ਪੈਂਦੀ ਆ, ਇੱਥੇ ਲਾਇਸੈਂਸ ਲੈਣਾ ਪੈਂਦਾ, ਉਸ ਤੋਂ ਬਾਅਦ ਹੀ ਫਿਰ ਇਸ ਸਟਰੀਮ ਦੇ ਵਿੱਚ ਉਹ ਕੰਮ ਕਰ ਸਕਦੇ ਨੇ। ਸੋ ਇਸ ਕਰਕੇ ਇੱਕਦਮ ਇਮੀਗ੍ਰੇਸ਼ਨ ਦੇ ਜ਼ਰੀਏ ਵੀ ਜਿਹੜਾ ਵਾ ਇਹਦੀ ਭਰਪਾਈ ਕਰਨੀ ਔਖੀ ਆ। ਸੋ ਦੇਖਦੇ ਆ ਕਿ ਸੂਬਿਆਂ ਵੱਲੋਂ ਕੀ ਕਦਮ ਚੁੱਕੇ ਜਾਂਦੇ ਆ। ਜੀ ਮਨਦੀਪ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦੇਣ ਦੇ ਵਾਸਤੇ। ਇਸ ਪ੍ਰੋਗਰਾਮ ਦੇ ਰਾਹੀਂ ਰੋਜ਼ਾਨਾ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਕੈਨੇਡਾ ਦੀਆਂ ਖਾਸ ਖਬਰਾਂ ਦਾ ਜ਼ਿਕਰ ਹੋਵੇਗਾ। ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।